ਸਾਡਾ ਸਵਾਲ ਹੈ ਭਗਵੰਤ ਮਾਨ ਸਰਕਾਰ ਨੂੰ, ਸਾਡਾ ਸਵਾਲ ਹੈ ਜਿਹੜੀ ਨਵੀਂ ਆਈ ਸਰਕਾਰ ਹੈ ਕਿ ਕੀ ਤੁਸੀਂ ਇਸੇ ਤਰ੍ਹਾਂ ਦਾ ਬਦਲਾਵ ਲੈ ਕੇ ਆਉਣਾ ਸੀ। ਇਹ ਚੀਜ਼ਾਂ ਤਾਂ ਪਿਛਲੀਆਂ ਗਵਰਨਮੈਂਟ ਵੀ ਕਰ ਰਹੀਆਂ ਸੀ, ਜਿਹਦੇ ਅਸੀਂ ਅੱਕੇ ਹੋਏ ਲੋਕ, ਥੱਕੇ ਹੋਏ ਲੋਕ, ਸਤਾਏ ਹੋਏ ਲੋਕਾਂ ਨੇ ਤੁਹਾਨੂੰ ਫਤਵਾ ਤੁਹਾਡੇ ਹੱਕ 'ਚ ਦਿੱਤਾ ਸੀ। ਭਗਵੰਤ ਮਾਨ ਸਾਹਿਬ 150 ਬੰਦਾ ਅੱਜ ਸੜਕਾਂ ਤੇ ਆ ਗਿਆ, ਉਹਨਾਂ ਦੇ ਪਰਿਵਾਰ ਔਰ ਇਹ ਬੱਚੇ ਬੇਰੁਜ਼ਗਾਰ ਹੋ ਗਏ ਨੇ। ਮਾਨ ਸਰਕਾਰ ਨਵੀਂ ਆਈ ਹੈ ਸੱਤਾ ਦੇ ਵਿੱਚ ਤੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸੀ ਕਿ ਅਸੀਂ ਬੇਰੁਜ਼ਗਾਰੀ ਖਤਮ ਕਰ ਦਿਆਂਗੇ, ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ, ਸਿੱਖਿਆ ਦੀ ਗੱਲ ਕਰਾਂਗੇ, ਸਿਹਤ ਦੀ ਗੱਲ ਕਰਾਂਗੇ, ਪਰ ਇਹ ਦਾਅਵੇ ਖੋਖਲੇ ਸਿੱਧ ਹੁੰਦੇ ਨਜ਼ਰ ਆ ਰਹੇ ਨੇ। ਅਸੀਂ ਕੋਰਟ 'ਚ ਕਦੇ ਨਹੀਂ ਜਾਵਾਂਗੇ। ਇਹ ਤੁਹਾਡਾ ਨੈਤਿਕ ਫਰਜ਼ ਬਣਦਾ, ਤੁਹਾਡੀ ਡਿਊਟੀ ਬਣਦੀ ਹੈ ਕਿ ਅਸੀਂ ਤੁਹਾਨੂੰ ਵੋਟ ਕੀਤਾ, ਸਾਡੇ ਲੋਕਾਂ ਨੇ ਤੁਹਾਨੂੰ ਵੋਟ ਕੀਤਾ। 92-94 ਸੀਟਾਂ ਇੱਦਾਂ ਨਹੀਂ ਆਈਆਂ। ਜੇ ਇਹਨਾਂ ਲੋਕਾਂ ਨੇ SC BC ਭਾਈਚਾਰੇ ਨੇ ਇਕੱਠੇ ਹੋ ਕੇ ਸਾਰਿਆਂ ਨੇ ਵੋਟਸ ਕੀਤੀ ਹੈ ਤਾਂ ਜਾ ਕੇ ਤੁਸੀਂ ਸੱਤਾ ਤੇ ਬੈਠੇ ਹੋ, ਤਾਂ ਤੁਸੀਂ ਰਾਜੇ ਬਣੇ ਹੋ ਭਗਵੰਤ ਮਾਨ ਸਾਹਿਬ। ਸੋ ਅੱਜ ਇਹਨਾਂ ਗਰੀਬਾਂ ਦੀ ਹਾਲ ਹੈ ਕਿ ਤੁਸੀਂ ਕਿਤੇ ਉਹ ਨਾ ਹੋਵੇ ਕਿ ਜੇ ਇਹ ਤਖਤੇ ਤੇ ਬਿਠਾਉਣ ਜਾਣਦੇ ਨੇ ਤਾਂ ਪਲਟਣ ਵੀ ਜਾਣਦੇ ਨੇ ਇਹ ਲੋਕ। ਇੱਥੇ ਜਿਹੜੀ ਸਭ ਤੋਂ ਵੱਡੀ ਸਾਡੇ ਤੇ ਮਾਰ ਮਾਰੀ ਗਈ ਹੈ SC ST BC ਕੈਟਾਗਰੀ ਤੇ ਪੰਜਾਬ ਦੇ ਵਿੱਚ ਮਾਨ ਸਰਕਾਰ ਵੱਲੋਂ ਜਾਂ ਅਫਸਰਸ਼ਾਹੀ ਵੱਲੋਂ ਜਾਂ ਜਿਹੜੀ ਭਰਤੀ ਕੀਤੀ ਹੈ ਉਹਨਾਂ ਦੇ ਡਾਇਰੈਕਟਰ ਵੱਲੋਂ, ਉਹ ਇਹ ਕੀਤਾ ਗਿਆ ਕਿ ਜਿਹੜੀ ਪੁਰਾਣੀ ਲਿਸਟ ਸੀ ਜਨਵਰੀ 22 ਵਾਲੀ, ਉਹਦੇ 'ਚੋਂ ਜਿੰਨੇ SC ਕੈਂਡੀਡੇਟਸ ਜਰਨਲ ਕੈਟਾਗਰੀ 'ਚ ਫਾਲ ਕਰ ਰਹੇ ਸੀ ਜਾਂ ਜਰਨਲ ਕੈਟਾਗਰੀ 'ਚ ਆ ਰਹੇ ਸੀ, ਇਹਨਾਂ ਨੇ ਦਿਮਾਗ ਲਗਾਇਆ ਕਿ ਜਿਹੜੇ SC ਕੈਂਡੀਡੇਟਸ ਨੇ ਇਹਨਾਂ ਦੀ ਗਿਣਤੀ ਘਟ ਜੂਗੀ, ਕਿਉਂਕਿ ਮੈਂ ਸਮਝਦਾ ਕਿ ਗਿਣਤੀ ਘਟਾਉਣ ਵਾਸਤੇ ਇਹ ਸਾਰੀ ਸਾਜ਼ਿਸ਼ ਰਚੀ ਗਈ ਹੈ। ਸਾਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ। ਅਸੀਂ ਇਹ ਮੰਗ ਕਰਦੇ ਹਾਂ ਭਗਵੰਤ ਮਾਨ ਤੋਂ ਵੀ ਸਾਡਾ ਹੱਲ ਕੀਤਾ ਜਾਵੇ, ਸਾਨੂੰ ਪੁਰਾਣੀ ਲਿਸਟ ਹੀ ਜਾਰੀ ਕੀਤੀ ਜਾਵੇ ਜਿਹੜੀ ਜਨਵਰੀ ਦੇ ਵਿੱਚ ਕੱਢੀ ਗਈ ਸੀ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਮਾਨ ਸਰਕਾਰ ਨਵੀਂ ਆਈ ਹੈ ਸੱਤਾ ਦੇ ਵਿੱਚ ਤੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸੀ ਕਿ ਅਸੀਂ ਬੇਰੁਜ਼ਗਾਰੀ ਖਤਮ ਕਰ ਦਿਆਂਗੇ, ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ, ਸਿੱਖਿਆ ਦੀ ਗੱਲ ਕਰਾਂਗੇ, ਸਿਹਤ ਦੀ ਗੱਲ ਕਰਾਂਗੇ, ਪਰ ਇਹ ਦਾਅਵੇ ਖੋਖਲੇ ਸਿੱਧ ਹੁੰਦੇ ਨਜ਼ਰ ਆ ਰਹੇ ਨੇ। ਕਿਉਂਕਿ ਪੁਲਿਸ ਦੀ ਭਰਤੀ ਦਾ ਮਾਮਲਾ ਹੈ, ਚੰਨੀ ਸਰਕਾਰ ਵੇਲੇ ਪੁਲਿਸ ਦੀ ਭਰਤੀ ਕੀਤੀ ਗਈ ਸੀ 2021 ਦੇ ਵਿੱਚ, ਉਸ ਤੋਂ ਬਾਅਦ ਮੈਰਿਟ ਲਿਸਟ ਆਉਂਦੀ ਹੈ। ਉਸ ਲਿਸਟ ਦੇ ਵਿੱਚ ਕਾਫੀ ਕੁਝ ਅਜਿਹਾ ਹੈ ਜਿਸ ਨੂੰ ਲੈ ਕੇ ਕੈਂਡੀਡੇਟ ਉਮੀਦਵਾਰ ਜਿਹੜੇ ਪੇਪਰ ਵੀ ਕਲੀਅਰ ਕਰ ਚੁੱਕੇ ਨੇ, ਫਿਜ਼ੀਕਲ ਟੈਸਟ ਵੀ ਕਲੀਅਰ ਕਰ ਚੁੱਕੇ ਨੇ, ਉਹ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਤੇ ਉਹਨਾਂ ਸਮੱਸਿਆਵਾਂ ਨੂੰ ਲੈ ਕੇ ਪਹੁੰਚੇ ਨੇ ਉਹ ਅੱਜ ਡਾਕਟਰ ਜਤਿੰਦਰ ਸਿੰਘ ਮੱਟੂ ਹੋਰਾਂ ਕੋਲੇ। ਦੱਸ ਦਈਏ ਕਿ ਡਾਕਟਰ ਜਤਿੰਦਰ ਸਿੰਘ ਮੱਟੂ ਲਗਾਤਾਰ ਲੋਕ ਮੁੱਦੇ ਚੁੱਕਣ ਦੇ ਵਿੱਚ ਮੋਹਰੀ ਰਹਿੰਦੇ ਨੇ ਤੇ ਡਾਕਟਰ BR ਅੰਬੇਡਕਰ ਕਰਮਚਾਰੀ ਮਹਾਸੰਘ ਦੇ ਸੂਬਾ ਪ੍ਰਧਾਨ ਨੇ। ਮੱਟੂ ਸਾਹਿਬ ਤੋਂ ਵੀ ਜਾਣਾਂਗੇ ਕਿ ਕੀ ਸਮੱਸਿਆਵਾਂ ਨੇ, ਗੱਲਬਾਤ ਕਰਾਂਗੇ ਉਹਨਾਂ ਕੈਂਡੀਡੇਟਸ ਦੇ ਨਾਲ ਕਿ ਕੀ ਆਖਰ ਦਿੱਕਤ ਆ ਰਹੀ ਹੈ, ਕੀ ਪੇ ਚੜ ਰਿਹਾ ਹੈ ਮੈਰਿਟ ਲਿਸਟ ਨੂੰ ਲੈ ਕੇ। ਸਭ ਤੋਂ ਪਹਿਲਾਂ ਮੱਟੂ ਸਾਹਿਬ ਨਾਲ ਗੱਲ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ। ਸਭ ਤੋਂ ਪਹਿਲਾਂ D5 ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਇਹ ਕੈਂਡੀਡੇਟ ਤੁਹਾਡੇ ਕੋਲ ਆਏ ਨੇ, ਪੰਜਾਬ ਪੁਲਿਸ ਦੀ ਭਰਤੀ ਚੰਨੀ ਸਰਕਾਰ ਵੇਲੇ ਹੁੰਦੀ ਹੈ, ਉਸ ਤੋਂ ਬਾਅਦ ਦੇ ਵਿੱਚ ਥੋੜੀ ਦੇਰ ਲਈ ਰੁਕ ਜਾਂਦਾ ਕਿਉਂਕਿ ਸਰਕਾਰ ਬਦਲੂਗੀ ਤਾਂ ਨੈਚੁਰਲੀ ਅਗਲੀ ਸਰਕਾਰ ਦੇ ਵੱਲ ਝਾਕ ਹੁੰਦੀ ਹੈ। ਸੋ ਉਹਨਾਂ ਨੇ ਜਿਹੜੀ ਨਵੀਂ ਮੈਰਿਟ ਲਿਸਟ ਪਾਈ ਹੈ ਉਸ ਨੂੰ ਲੈ ਕੇ ਕਿੱਥੇ ਪੇ ਚੜਿਆ ਹੈ, ਕਿੱਥੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ, ਖਾਸ ਤੌਰ ਦੇ ਉੱਤੇ SC BC ਜਿਹੜੇ ਕੈਂਡੀਡੇਟ ਨੇ ਉਹਨਾਂ ਦੇ। ਧਰਮਿੰਦਰ ਜੀ, ਸਰਕਾਰ ਨੇ, ਚੰਨੀ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਜੁਲਾਈ 2021 ਦੇ ਵਿੱਚ ਇੱਕ ਭਰਤੀ ਕੱਢੀ ਸੀ 4358 ਕਾਂਸਟੇਬਲ ਭਰਤੀ ਪੰਜਾਬ ਪੁਲਿਸ ਦੇ ਵਿੱਚ, ਜਿਹਦੇ 'ਚ ਪੰਜਾਬ ਦੇ ਬਹੁਤ ਵੱਡੀ ਗਿਣਤੀ ਨੌਜਵਾਨਾਂ ਨੇ ਅਪਲਾਈ ਕੀਤਾ ਤੇ ਉਹ ਭਰਤੀ ਮੁਕੰਮਲ ਨਹੀਂ ਹੋਈ ਢੰਗ ਨਾਲ। ਔਰ ਸਰਕਾਰ ਦੇ ਜਾਣ ਤੋਂ ਪਹਿਲਾਂ ਮਤਲਬ ਕੁਝ ਦਿਨ ਪਹਿਲਾਂ ਜਨਵਰੀ 2022 ਦੇ ਵਿੱਚ ਸਰਕਾਰ ਫਟਾਫਟ ਇਹਨਾਂ ਦਾ ਪੇਪਰ ਵੀ ਲੈ ਲਿਆ ਗਿਆ, ਇਹਨਾਂ ਦੇ ਟ੍ਰਾਇਲ ਵੀ ਲੈ ਲਏ ਗਏ ਸੀ ਉਹਨਾਂ ਦੌਰਾਨ, ਲੇਕਿਨ ਮੈਰਿਟ ਲਿਸਟ ਨਹੀਂ ਬਣੀ ਸੀਗੀ। ਸੋ ਸਰਕਾਰ ਨੇ ਜਾਂਦੇ ਜਨਵਰੀ 22 ਦੇ ਵਿੱਚ ਇੱਕ ਮੈਰਿਟ ਲਿਸਟ ਬਣਾ ਦਿੱਤੀ 4358 ਸਿਲੈਕਟਡ ਕੈਂਡੀਡੇਟਸ ਦੀ, ਚਾਹੇ ਉਹ ਜਰਨਲ ਹੈ, ਚਾਹੇ ਉਹ SC ਹੈ, ਚਾਹੇ BC ਹੈ, ਉਹਨਾਂ ਦੀ ਕੱਟ ਮੈਰਿਟ ਦੇ ਅਨੁਸਾਰ ਜਿੱਥੇ ਜਿੱਥੇ ਬੰਦਾ ਫਾਲ ਕਰਦਾ ਸੀ, ਜਿੱਥੇ ਜਿੱਥੇ ਉਮੀਦਵਾਰ ਫਾਲ ਕਰਦਾ ਸੀਗਾ, ਉਹਨੂੰ ਉੱਥੇ ਰੱਖ ਕੇ ਇੱਕ ਮੈਰਿਟ ਲਿਸਟ ਜਨਵਰੀ 22 ਦੇ ਵਿੱਚ ਬਣਾ ਦਿੱਤੀ। ਲੇਕਿਨ ਕੈਂਡੀਡੇਟਸ ਨੂੰ ਜੁਆਇਨ ਕਰਨ ਦਾ ਕੰਮ ਵਿੱਚ ਰਹਿ ਗਿਆ ਕਿਉਂਕਿ ਆਫਟਰ ਦੈਟ ਥੋੜ੍ਹੇ ਦਿਨਾਂ ਬਾਅਦ ਹੀ ਜਿਹੜਾ ਚੋਣ ਜਾਬਤਾ ਲੱਗ ਜਾਂਦਾ ਹੈ। ਚੋਣ ਜਾਬਤੇ ਤੋਂ ਬਾਅਦ ਇਹ ਭਰਤੀ ਜਿਹੜੀ ਹੈਗੀ ਠੁੱਸ ਹੋ ਕੇ ਰਹਿ ਗਈ। ਨਵੀਂ ਸਰਕਾਰ ਆਈ, ਆਮ ਆਦਮੀ ਪਾਰਟੀ ਸਰਕਾਰ ਬਣੀ ਔਰ ਭਗਵੰਤ ਮਾਨ ਸਾਹਿਬ ਸਾਡੇ CM ਬਣੇ, ਤਾਂ ਉਹਨਾਂ ਨੇ ਆਉਣ ਸਾਰ ਹੀ ਕਹਿ ਦਿੱਤਾ ਕਿ ਅਸੀਂ 10,000 ਦੀ ਜਿਹੜੀ ਭਰਤੀ ਹੈ ਨਵੇਂ ਕਾਂਸਟੇਬਲਾਂ ਦੀ ਕੱਢਾਂਗੇ। ਤਾਂ ਪਹਿਲੀ ਗੱਲ ਤਾਂ ਸਾਡੇ ਜਿਹੜੇ ਉਮੀਦਵਾਰ ਸੀ, ਜਿਨ੍ਹਾਂ ਨੇ ਭੱਜ ਦੌੜ ਕੀਤੀ ਸੀ, ਮਿਹਨਤ ਕੀਤੀ ਸੀ, ਦਿਨ ਰਾਤ ਇੱਕ ਕੀਤਾ ਸੀ, ਪੜ੍ਹੇ ਵੀ ਸੀਗੇ, ਮੈਦਾਨਾਂ ਵਿੱਚ ਵੀ ਡਟੇ ਸੀ, ਸੋ ਉਹਨਾਂ ਨੇ ਮੰਗ ਕੀਤੀ ਸਰਕਾਰ ਤੋਂ, ਸਾਰਿਆਂ ਨੇ, ਚਾਹੇ ਉਹ ਜਰਨਲ ਸੀ, ਚਾਹੇ SC ਸੀ, ਚਾਹੇ BC ਸੀ, ਕਿ ਜਿਹੜੀ 4358 ਪੋਸਟਾਂ ਦੀ ਤੁਸੀਂ ਭਰਤੀ ਕੱਢੀ ਹੈ, ਤੁਸੀਂ ਪਹਿਲਾਂ ਉਹਨਾਂ ਕੈਂਡੀਡੇਟਸ ਨੂੰ ਜਿਹੜਾ ਹੈਗਾ ਅਪਾਇੰਟਮੈਂਟ ਲੈਟਰ ਦਿਓ, ਅਗਲੀ ਭਰਤੀ ਤੁਸੀਂ ਫੇਰ ਕੱਢਣਾ।
ਸੋ ਇਹਨਾਂ ਦੇ ਪ੍ਰੈਸ਼ਰ ਤੋਂ ਬਾਅਦ, ਇਹਨਾਂ ਦੀਆਂ ਮੀਟਿੰਗਾਂ ਤੋਂ ਬਾਅਦ ਸਰਕਾਰ ਨੇ ਸਮਝਿਆ ਕਿ ਬਿਲਕੁਲ ਠੀਕ ਹੈ, ਜਿਹੜੀ ਭਰਤੀ ਦੇ ਵਿੱਚ ਉਮੀਦਵਾਰ ਸਿਲੈਕਟ ਹੋਇਆ ਹੋਇਆ, ਜਿਹਨੇ ਥਿਓਰੈਟੀਕਲ ਪੇਪਰ ਕੱਢਿਆ ਹੋਇਆ, ਜਿਹਨੇ ਫਿਜ਼ੀਕਲ ਪੇਪਰ ਕੱਢਿਆ ਹੋਇਆ, ਜਿਹਦਾ ਟ੍ਰਾਇਲ ਹੋਇਆ ਤਾਂ ਉਹਨੂੰ ਦੇਣਾ ਬਣਦਾ ਸੀ। ਤਾਂ ਆਫਟਰ ਦੈਟ ਇਹਨਾਂ ਨੇ ਜੁਲਾਈ 22 ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਨਵੀਂ ਮੈਰਿਟ ਲਿਸਟ ਜਿਹੜੀ ਹੈਗੀ ਹੈ ਜਾਰੀ ਕਰ ਦਿੱਤੀ। ਮਈ 22 ਦੇ ਵਿੱਚ ਇੱਕ ਨਵੀਂ ਜਿਹੜੀ ਮੈਰਿਟ ਲਿਸਟ ਜਾਰੀ ਕਰ ਦਿੱਤੀ। ਸੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਹ ਲਿਸਟ ਉਹ ਹੈ ਜਿਹਦੇ ਵਿੱਚ ਜਿਹੜੀ ਜਨਵਰੀ 2022 ਦੇ ਵਿੱਚ ਜਾਰੀ ਕੀਤੀ ਗਈ ਸੀ। ਮੈਂ ਦਿਖਾਉਣਾ ਚਾਹੁੰਦਾ ਕਿ ਇਹਦੇ 'ਚ ਇੱਕ ਅਭਿਜੀਤ ਹੈ 117 ਨੰਬਰ ਤੇ ਔਰ ਇੱਕ ਸਿਮਰਨ ਹੈ 31 ਨੰਬਰ ਤੇ। ਇਹ ਦੇਖੋ ਸ਼ਰਨਜੀਤ, ਇਹ 31 ਨੰਬਰ ਤੇ ਸ਼ਰਨਜੀਤ ਕੌਰ ਹੈ, ਡਾਟਰ ਆਫ ਗੁਰਮੀਤ ਸਿੰਘ, ਫੀਮੇਲ ਹੈ, ਸ਼ਡਿਊਲ ਕਾਸਟ M&B ਕੋਟੇ ਤੋਂ। ਔਰ ਇਸੇ ਤਰ੍ਹਾਂ ਇਹਦੇ ਵਿੱਚ R&O ਕੋਟਾ ਹੈਗਾ ਸਾਡਾ ਰਵਿਦਾਸੀ ਐਂਡ ਅਦਰਸ ਦਾ। ਇਹਦੇ ਵਿੱਚ ਰਾਜ ਰਾਣੀ ਹੈ BC ਕੈਟਾਗਰੀ ਤੋਂ, ਔਰ ਇਹ BC ਕੈਟਾਗਰੀ ਦੀ ਲਿਸਟ ਹੈ। ਇਹਦੇ 'ਚ ਇਹਨਾਂ ਦਾ 220 ਨੰਬਰ ਤੇ ਜਿਹੜਾ ਹੈਗਾ ਪਾਇਆ ਗਿਆ, ਜਿਹੜੀ ਪੁਰਾਣੀ ਲਿਸਟ ਸੀਗੀ ਜਨਵਰੀ ਵਾਲੀ। ਇਸੇ ਤਰ੍ਹਾਂ ਹੋਰ ਲਿਸਟ ਹੈ, ਇਹ BC ਦੀ ਦਿਖਾਈ ਸੀ ਮੈਂ ਤੁਹਾਨੂੰ, ਇਹ R&O ਦੀ ਹੈ, ਰਵਿਦਾਸੀ ਐਂਡ ਅਦਰਸ ਦੀ। ਇਹ ਸਾਰੇ ਬੰਦੇ ਅਛਰੂ ਸਿੰਘ ਹੈ, ਮਨਪ੍ਰੀਤ ਕੌਰ ਹੈ, ਕਮਲਜੀਤ ਕੌਰ ਹੈ। ਇਹ ਵੱਖ-ਵੱਖ ਨੰਬਰਾਂ ਤੇ ਜਿਹੜੇ ਹਾਈਲਾਈਟ ਮੈਂ ਕੀਤੇ ਹੋਏ ਨੇ, ਇਹ ਆਲਰੇਡੀ ਬੰਦੇ ਮੈਰਿਟ ਲਿਸਟ ਦੇ ਵਿੱਚ ਸੀਗੇ। ਇਹ ਮੈਰਿਟ ਲਿਸਟ ਉਹ ਹੈ ਜਿਹਦੇ 'ਚ ਪੰਜਾਬ ਸਰਕਾਰ ਨੇ ਸਮੇਂ-ਸਮੇਂ ਤੇ ਔਰ ਸਾਡੇ ਮਾਨਯੋਗ ਅਦਾਲਤਾਂ ਨੇ ਕਿਹਾ ਹੋਇਆ ਕਿ ਜਿਹੜਾ ਵੀ ਸ਼ਡਿਊਲ ਕਾਸਟ ਕੈਂਡੀਡੇਟਸ, SC ਕੈਂਡੀਡੇਟਸ, BC ਕੈਂਡੀਡੇਟਸ, ਜੇ ਉਹ ਕੱਟ ਮੈਰਿਟ ਦੇ ਵਿੱਚ ਉੱਪਰ ਆ ਰਿਹਾ, ਜੇ ਉਹ ਜਰਨਲ ਦੇ ਬਰਾਬਰ ਜਿਹੜਾ ਹੈਗਾ ਨੰਬਰ ਲੈ ਰਿਹਾ, ਤਾਂ ਉਹਨੂੰ ਅਸੀਂ ਰਿਜ਼ਰਵ ਸੀਟ ਨਹੀਂ ਦੇਵਾਂਗੇ, ਉਹਨੂੰ ਅਸੀਂ ਜਰਨਲ 'ਚ ਫਾਲ ਕਰਾਂਗੇ, ਜਰਨਲ ਦੇ ਵਿੱਚ ਗਿਣਿਆ ਜਾਊਗਾ। ਉਹਨੇ ਅਪਲਾਈ SC ਕੋਟੇ ਦੇ ਵਿੱਚ ਕੀਤਾ ਹੋਵੇ, ਬਿਲਕੁਲ, ਚਾਹੇ ਉਹਨੇ ਅਪਲਾਈ ਜਰਨਲ SC ਕੋਟੇ 'ਚ ਕੀਤਾ ਹੋਵੇ, ਲੇਕਿਨ SC ਕੋਟੇ ਦਾ ਕੋਈ ਲਾਭ ਜਿਹੜਾ ਹੈਗਾ ਰਿਲੈਕਸੇਸ਼ਨ ਨਾ ਲਈ ਹੋਵੇ, ਉਹ ਜਰਨਲ ਦੇ ਬਰਾਬਰ ਫਾਲ ਕਰ ਰਿਹਾ ਤਾਂ ਉਹਨੂੰ ਜਰਨਲ ਸੀਟ 'ਚ ਲਵਾਂਗੇ। ਇੱਥੇ ਜਿਹੜੀ ਸਭ ਤੋਂ ਵੱਡੀ ਸਾਡੇ ਤੇ ਮਾਰ ਮਾਰੀ ਗਈ ਹੈ SC ST BC ਕੈਟਾਗਰੀ ਤੇ ਪੰਜਾਬ ਦੇ ਵਿੱਚ ਮਾਨ ਸਰਕਾਰ ਵੱਲੋਂ ਜਾਂ ਅਫਸਰਸ਼ਾਹੀ ਵੱਲੋਂ ਜਾਂ ਜਿਹੜੀ ਭਰਤੀ ਕੀਤੀ ਹੈ ਉਹਨਾਂ ਦੇ ਡਾਇਰੈਕਟਰ ਵੱਲੋਂ, ਉਹ ਇਹ ਕੀਤਾ ਗਿਆ ਕਿ ਜਿਹੜੀ ਪੁਰਾਣੀ ਲਿਸਟ ਸੀ ਜਨਵਰੀ 22 ਵਾਲੀ, ਉਹਦੇ 'ਚੋਂ ਜਿੰਨੇ SC ਕੈਂਡੀਡੇਟਸ ਜਰਨਲ ਕੈਟਾਗਰੀ 'ਚ ਫਾਲ ਕਰ ਰਹੇ ਸੀ ਜਾਂ ਜਰਨਲ ਕੈਟਾਗਰੀ 'ਚ ਆ ਰਹੇ ਸੀ, ਇਹਨਾਂ ਨੇ ਦਿਮਾਗ ਲਗਾਇਆ ਕਿ ਜਿਹੜੇ SC ਕੈਂਡੀਡੇਟਸ ਨੇ ਇਹਨਾਂ ਦੀ ਗਿਣਤੀ ਘਟ ਜੂਗੀ, ਕਿਉਂਕਿ ਮੈਂ ਸਮਝਦਾ ਕਿ ਗਿਣਤੀ ਘਟਾਉਣ ਵਾਸਤੇ ਇਹ ਸਾਰੀ ਸਾਜ਼ਿਸ਼ ਰਚੀ ਗਈ ਹੈ। ਜਦੋਂ ਬੰਦਾ ਸਾਡਾ ਜਰਨਲ ਕੈਟਾਗਰੀ ਦੇ ਬਰਾਬਰ ਨੰਬਰ ਲੈ ਰਿਹਾ, ਜਰਨਲ ਕੈਟਾਗਰੀ ਦੇ ਵਿੱਚ ਤੁਸੀਂ ਖੁਦ ਸਾਰਿਆਂ ਨੇ ਸਾਈਨ ਕੀਤੇ ਹੋਏ ਨੇ ਆਫੀਸਰਸ ਨੇ ਪੁਰਾਣੀ ਲਿਸਟ ਦੇ ਵਿੱਚ, ਜਿੰਨੇ ਉਸ ਭਰਤੀ ਬੋਰਡ ਦੇ ਵਿੱਚ ਡਾਇਰੈਕਟੋਰੇਟ 'ਚ ਆਫੀਸਰ ਸੀ, ਚਾਹੇ ਉਹ DGP ਹੈ, ADGP ਹੈ, ਚਾਹੇ ਮੈਂਬਰਸ ਨੇ ਭਰਤੀ ਦੇ, ਸਭ ਦੇ ਸਾਈਨ ਹੋ ਕੇ ਉਹ ਲਿਸਟ ਤਿਆਰ ਕੀਤੀ ਗਈ ਸੀ। ਤਾਂ ਕੀ ਹੁਣ ਦੁਬਾਰਾ ਇਹੋ ਜਿਹਾ ਕੀ ਹੋ ਗਿਆ ਕਿ SC ਕੈਂਡੀਡੇਟਸ ਨੂੰ ਜਰਨਲ ਕੈਟਾਗਰੀ 'ਚੋਂ ਕੱਢ ਕੇ ਥੱਲੇ ਮਾਰਿਆ, ਔਰ ਜਿਹੜੇ ਥੱਲੇ ਵਾਲੇ ਸਾਡੀਆਂ ਪੋਸਟਾਂ ਸੀਆਂ 500 ਤੋਂ ਵੱਧ ਪੋਸਟਾਂ ਰਿਜ਼ਰਵ ਸੀਆਂ, ਉਹ ਸਾਰੇ ਕੈਂਡੀਡੇਟ ਚੱਕ ਕੇ ਬਾਹਰ ਮਾਰੇ। ਤਾਂ ਓਵਰਆਲ ਪੰਜਾਬ ਸਰਕਾਰ ਨੇ ਬਹੁਤ ਵੱਡਾ ਘਾਣ ਸਾਡੇ SC ਕੈਂਡੀਡੇਟਸ ਦਾ ਕੀਤਾ ਹੈ। ਇਹ ਪੰਜਾਬ ਸਰਕਾਰ ਦੀ ਔਰ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੀ ਨੋਟੀਫਿਕੇਸ਼ਨ ਹੈ। ਇਹ ਵਾਲੀ ਆਹ ਨੰਬਰ ਹੈਗਾ OMR, ਜਿਹਦੇ 'ਚ ਸਪਸ਼ਟ ਲਿਖਿਆ ਕਿ ਹੂ ਆਰ ਸਿਲੈਕਟਡ ਇਨ ਦਾ ਸੇਮ ਸਟੈਂਡਰਡ ਐਜ਼ ਅਪਲਾਈਡ ਆਫ ਜਰਨਲ ਕੈਟਾਗਰੀ ਕੈਂਡੀਡੇਟਸ ਸ਼ੈਲ ਨਾਟ ਬੀ ਐਡਜਸਟ ਅਗੇਂਸਟ ਰਿਜ਼ਰਵ ਕੈਟਾਗਰੀ। ਵੀ ਜਿਹੜੇ ਬੰਦੇ ਜਰਨਲ ਕੈਟਾਗਰੀ ਦੇ ਵਿੱਚ ਫਾਲ ਕਰਦੇ ਨੇ ਉਹਨਾਂ ਨੂੰ ਰਿਜ਼ਰਵ ਕੈਟਾਗਰੀ ਦੇ ਵਿੱਚ ਨਹੀਂ ਗਿਣਿਆ ਜਾਊਗਾ। ਸੋ ਸਰਕਾਰ ਇਸ ਤਰ੍ਹਾਂ ਦੇ ਕਾਨੂੰਨ ਨੂੰ ਛੱਕੇ ਟਾਂਕੇ ਕਿਉਂ ਇਸ ਤਰ੍ਹਾਂ ਸ਼ਡਿਊਲ ਕਾਸਟ ਲੋਕਾਂ ਨੂੰ ਜਾਂ ਬੈਕਵਰਡ ਕਲਾਸ ਦੇ ਲੋਕਾਂ ਨੂੰ ਮਾਰ ਰਹੀ ਹੈ? ਸਾਡਾ ਸਵਾਲ ਹੈ ਭਗਵੰਤ ਮਾਨ ਸਰਕਾਰ ਨੂੰ, ਸਾਡਾ ਸਵਾਲ ਹੈ ਜਿਹੜੀ ਨਵੀਂ ਆਈ ਸਰਕਾਰ ਹੈ ਕਿ ਕੀ ਤੁਸੀਂ ਇਸੇ ਤਰ੍ਹਾਂ ਦਾ ਬਦਲਾਵ ਲੈ ਕੇ ਆਉਣਾ ਸੀ? ਇਹ ਚੀਜ਼ਾਂ ਤਾਂ ਪਿਛਲੀਆਂ ਗਵਰਨਮੈਂਟ ਵੀ ਕਰ ਰਹੀਆਂ ਸੀ, ਜਿਹਦੇ ਅਸੀਂ ਅੱਕੇ ਹੋਏ ਲੋਕ, ਥੱਕੇ ਹੋਏ ਲੋਕ, ਸਤਾਏ ਹੋਏ ਲੋਕਾਂ ਨੇ ਤੁਹਾਨੂੰ ਫਤਵਾ ਤੁਹਾਡੇ ਹੱਕ 'ਚ ਦਿੱਤਾ ਸੀ। ਭਗਵੰਤ ਮਾਨ ਸਾਹਿਬ ਇੱਕ ਨਵੀਂ ਸਰਕਾਰ ਨੂੰ ਸਟੇਟ ਦੇ ਵਿੱਚ ਲੈ ਕੇ ਆਏ ਸੀ ਕਿ ਸਭ ਨਾਲ ਜਿਹੜਾ ਵਿਤਕਰਾ ਕਿਸੇ ਨਾਲ ਨਹੀਂ ਹੋਊਗਾ, ਸਟੇਟ ਦੇ ਵਿੱਚ ਸਭ ਨੂੰ ਉਹਨਾਂ ਦੇ ਬਰਾਬਰ ਹੱਕ ਮਿਲਣਗੇ। ਲੇਕਿਨ ਆਉਣ ਸਾਰ ਤੁਸੀਂ ਕਰ ਦਿੱਤਾ ਕਿ SC ਕੈਂਡੀਡੇਟਸ ਨੂੰ ਇਹਨਾਂ ਲਿਸਟਾਂ 'ਚੋਂ ਹੀ ਬਾਹਰ ਮਾਰਿਆ ਚੱਕ ਕੇ, ਜਿਹਦੇ ਕਰਕੇ ਸਾਡਾ 150 ਬੰਦਾ ਅੱਜ ਸੜਕਾਂ ਤੇ ਆ ਗਿਆ, ਉਹਨਾਂ ਦੇ ਪਰਿਵਾਰ ਔਰ ਇਹ ਬੱਚੇ ਬੇਰੁਜ਼ਗਾਰ ਹੋ ਗਏ ਨੇ। ਜੀ ਬਿਲਕੁਲ, ਸਾਡੇ ਨਾਲ ਕੈਂਡੀਡੇਟ ਵੀ ਮੌਜੂਦ ਨੇ ਜਿਨ੍ਹਾਂ ਨੇ ਸਾਰਾ ਕੁਝ ਟਰਾਇਲ ਵਗੈਰਾ ਕੱਢ ਲਏ ਸੀ, ਪੇਪਰ ਦੇ ਦਿੱਤਾ ਸੀ, ਸਭ ਕੁਝ ਕੁਆਲੀਫਾਈ ਆ, ਲਿਸਟਾਂ ਦੇ ਵਿੱਚ ਨਾਮ ਵੀ ਆ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਭਿਜੀਤ ਸਿੰਘ ਹੈ ਜੀ, ਮੈਂ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਜੀ। ਹਾਂਜੀ ਸਰ, ਮੇਰਾ ਨਾਮ ਫਾਈਨਲ ਮੈਰਿਟ ਲਿਸਟ ਦੇ ਵਿੱਚ ਆਇਆ ਹੋਇਆ ਹੈ। ਇਹ ਪੰਜਾਬ ਪੁਲਿਸ ਕਾਂਸਟੇਬਲ 4358 ਭਰਤੀ ਕੱਢੀ ਗਈ ਸੀ ਪਿਛਲੀ ਸਰਕਾਰ ਵੱਲੋਂ, ਤੇ ਸਾਡਾ ਜੁਲਾਈ ਦੇ ਵਿੱਚ ਨੋਟੀਫਿਕੇਸ਼ਨ ਨਿਕਲਿਆ ਸੀ। ਸਤੰਬਰ ਦੇ ਵਿੱਚ ਅਸੀਂ ਪੇਪਰ ਦਿੱਤੇ, ਉਸ ਤੋਂ ਪਹਿਲਾਂ 4-5 ਮਹੀਨੇ ਅਸੀਂ ਤਿਆਰੀ ਕੀਤੀ ਪੇਪਰ ਦੀ, ਨਾਲ ਫਿਜ਼ੀਕਲ ਦੀ ਤਿਆਰੀ ਕੀਤੀ। ਦਸੰਬਰ ਦੇ ਵਿੱਚ ਜਾ ਕੇ ਅਸੀਂ ਟ੍ਰਾਇਲ ਦਿੱਤੇ, ਟ੍ਰਾਇਲ ਦੇ ਵਿੱਚ ਪਾਸ ਹੋਏ, ਪੇਪਰਾਂ ਦੇ ਵਿੱਚ ਪਾਸ ਹੋਏ, ਤੇ ਫਾਈਨਲ ਰਿਜ਼ਲਟ ਸਾਡਾ 8 ਤਰੀਕ ਨੂੰ ਜਿੱਦਣ ਚੋਣ ਜਾਬਤਾ ਲੱਗਿਆ ਉਸ ਦਿਨ ਆ ਜਾਂਦਾ ਫਾਈਨਲ ਮੈਰਿਟ ਲਿਸਟ। ਉਹਦੇ ਵਿੱਚ ਸਾਡਾ 150-200 SC BC ਸਾਰੇ ਨਾਮ ਆ ਜਾਂਦਾ ਹੈ। ਤੇ ਬਾਅਦ ਦੇ ਵਿੱਚ ਜਦੋਂ ਨਵੀਂ ਸਰਕਾਰ ਆਉਂਦੀ ਹੈ, ਜਦੋਂ ਇੱਕ ਆਪ ਦੇ ਵੱਲੋਂ ਇਹ ਰਿਵਾਈਜ਼ ਲਿਸਟ ਕੱਢਦਾ ਡਿਪਾਰਟਮੈਂਟ, ਤਾਂ ਉਹਦੇ ਵਿੱਚ ਸਾਨੂੰ SC BC 150-200 ਦੇ ਤਕਰੀਬਨ ਬੱਚੇ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ। ਤਾਂ ਸਾਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ। ਅਸੀਂ ਇਹੀ ਮੰਗ ਕਰਦੇ ਹਾਂ ਭਗਵੰਤ ਮਾਨ ਤੋਂ ਵੀ ਸਾਡਾ ਹੱਲ ਕੀਤਾ ਜਾਵੇ,
ਸਾਨੂੰ ਪੁਰਾਣੀ ਲਿਸਟ ਹੀ ਜਾਰੀ ਕੀਤੀ ਜਾਵੇ ਜਿਹੜੀ ਜਨਵਰੀ ਦੇ ਵਿੱਚ ਕੱਢੀ ਗਈ ਸੀ। ਅੱਛਾ, ਤੁਸੀਂ ਇਹਦੇ ਵਾਸਤੇ ਕੋਈ ਸਟੇ ਵੀ ਲਈ ਹੈ, ਕਿਸੇ ਵਕੀਲ ਦੇ ਨਾਲ ਗੱਲ ਕੀਤੀ ਹੈ, ਕੋਰਟ ਦਾ ਰੁਖ ਵੀ ਕੀਤਾ ਹੈ? ਹਾਂਜੀ ਸਰ, ਅਸੀਂ ਗੱਲ ਕਰ ਰਹੇ ਹਾਂ ਸਰ ਨਾਲ। ਅਸੀਂ ਫਿਲਹਾਲ ਤਾਂ ਪੰਜਾਬ ਸਰਕਾਰ ਨੂੰ ਕਹਾਂਗੇ ਕਿ ਨਾ ਸਾਨੂੰ ਕੋਰਟਾਂ ਦੇ ਵਿੱਚ ਧੱਕੋ, ਕਿਉਂਕਿ ਇਹ ਗਰੀਬ ਲੋਕ ਨੇ, ਇਹ ਕਿੱਥੋਂ ਲੱਖਾਂ ਰੁਪਏ ਦੇ ਜਿਹੜੇ ਵਕੀਲ ਖੜੇ ਕਰ ਪਾਉਣਗੇ, ਉੱਥੇ ਕਿੱਦਾਂ ਪਰੇਸ਼ਾਨ ਹੋ ਪਾਣਗੇ ਕੋਰਟਾਂ ਦੇ ਵਿੱਚ। ਕੋਰਟਾਂ ਦੇ ਫੈਸਲੇ ਕਿਹੜਾ ਨਾਲੋਂ ਨਾਲ ਹੋ ਜਾਂਦੇ ਨੇ, ਉਹਦੇ ਲਈ ਵੀ ਸਾਨੂੰ ਸਾਡਾ ਸਮਾਂ ਖਰਾਬ ਹੋਊਗਾ, ਸਾਡੇ ਬੱਚਿਆਂ ਦੀਆਂ ਉਮਰਾਂ ਨਿਕਲ ਜਾਣਗੀਆਂ ਉਹਦੇ 'ਚ ਕੋਰਟਾਂ 'ਚ ਲੜਦੇ ਹੋਏ। ਅਸੀਂ ਕੋਰਟਾਂ 'ਚ ਲੜਨ ਵਾਸਤੇ ਸਰਕਾਰ ਨਹੀਂ ਚੁਣੀ ਸੀ ਕਿ ਤੁਸੀਂ ਜੋ ਮਰਜ਼ੀ ਕਰਦੇ ਰਹੋ, ਮੁੜ ਕੇ ਸਾਨੂੰ ਕੋਰਟ ਵਾਲੇ ਪਾਸੇ ਤੋਰ ਦਿਓ। ਅਸੀਂ ਕੋਰਟ 'ਚ ਕਦੇ ਨਹੀਂ ਜਾਵਾਂਗੇ। ਇਹ ਤੁਹਾਡਾ ਨੈਤਿਕ ਫਰਜ਼ ਬਣਦਾ, ਤੁਹਾਡੀ ਡਿਊਟੀ ਬਣਦੀ ਹੈ ਕਿ ਅਸੀਂ ਤੁਹਾਨੂੰ ਵੋਟ ਕੀਤਾ, ਸਾਡੇ ਲੋਕਾਂ ਨੇ ਤੁਹਾਨੂੰ ਵੋਟ ਕੀਤਾ। 92-94 ਸੀਟਾਂ ਇਦਾਂ ਨਹੀਂ ਆਈਆਂ। ਜੇ ਇਹਨਾਂ ਲੋਕਾਂ ਨੇ SC BC ਭਾਈਚਾਰੇ ਨੇ ਇਕੱਠੇ ਹੋ ਕੇ ਸਾਰਿਆਂ ਨੇ ਵੋਟਸ ਕੀਤੀ ਹੈ ਤਾਂ ਜਾ ਕੇ ਤੁਸੀਂ ਸੱਤਾ ਤੇ ਬੈਠੇ ਹੋ, ਤਾਂ ਤੁਸੀਂ ਰਾਜੇ ਬਣੇ ਹੋ ਭਗਵੰਤ ਮਾਨ ਸਾਹਿਬ। ਸੋ ਅੱਜ ਇਹਨਾਂ ਗਰੀਬਾਂ ਦੀ ਹਾਲ ਹੈ ਕਿ ਤੁਸੀਂ ਕਿਤੇ ਉਹ ਨਾ ਹੋਵੇ ਕਿ ਜੇ ਇਹ ਤਖਤੇ ਤੇ ਬਿਠਾਉਣ ਜਾਣਦੇ ਨੇ ਤਾਂ ਪਲਟਣ ਵੀ ਜਾਣਦੇ ਨੇ ਇਹ ਲੋਕ। ਸੋ ਇਹਨਾਂ ਲੋਕਾਂ ਨੂੰ ਕੋਰਟਾਂ ਦੇ ਵਿੱਚ ਧੱਕੇ ਖਾਣ ਲਈ ਨਾ ਭੇਜੋ। ਕੋਰਟ ਨੇ ਇਨਸਾਫ ਦੇ ਦੇਣਾ, ਕੋਰਟ ਨੇ ਸੱਚ ਨੂੰ ਸੱਚ ਆਖ ਦੇਣਾ, ਲੇਕਿਨ ਉਹਦੇ ਲਈ ਸਮਾਂ ਲੱਗੂਗਾ, ਉਹਦੇ ਲਈ ਟਾਈਮ ਬਹੁਤ ਜ਼ਿਆਦਾ ਜਾਈ ਜਾਣਾ। ਸੋ ਅਸੀਂ ਤੁਹਾਡੇ ਤੋਂ ਹੀ ਮੰਗ ਕਰਦੇ ਹਾਂ ਕਿ ਜਿਹੜੀ ਜਨਵਰੀ ਵਾਲੀ 2022 ਦੀ ਲਿਸਟ ਹੈ, ਮੈਰਿਟ ਲਿਸਟ ਹੈ, ਔਨ ਮੈਰਿਟ, ਉਹ 'ਚ ਕੋਈ ਸਿਫਾਰਿਸ਼ ਹੀ ਨਹੀਂ ਸੀਗਾ, ਸਾਰੇ ਬੰਦੇ ਔਨ ਮੈਰਿਟ ਨੇ, ਤਾਂ ਉਹੀ ਲਿਸਟ ਜਾਰੀ ਕੀਤੀ ਜਾਵੇ ਤਾਂ ਕਿ ਇਹ ਲੋਕ ਜਿਹੜੇ SC BC ਭਾਈਚਾਰੇ ਵਾਲੇ ਨੇ ਉਸ 'ਚ ਕਵਰ ਹੋ ਸਕਣ। ਅਸੀਂ ਸਰ ਡਿਪਾਰਟਮੈਂਟ ਨੂੰ ਪੁੱਛਣ ਗਏ ਵੀ ਸਾਨੂੰ ਮੈਰਿਟ ਲਿਸਟਾਂ ਦੇ ਵਿੱਚੋਂ ਤੁਸੀਂ ਜਿਹੜੀ ਨਵੀਆਂ ਕੱਢੀਆਂ ਉਹਨਾਂ 'ਚ ਬਾਹਰ ਕਰ ਦਿੱਤਾ, ਤਾਂ ਡਿਪਾਰਟਮੈਂਟ ਕਹਿੰਦਾ ਸਾਡੇ ਤੋਂ ਗਲਤੀ ਹੋ ਗਈ, ਟੈਕਨੀਕਲ ਐਰਰ ਸੀਗਾ, ਸਾਨੂੰ ਬਹਾਨੇ ਲਾ ਕੇ ਮੋੜ ਦਿੱਤਾ ਗਿਆ ਸਰ। ਅਸੀਂ 2-3 ਹਫ਼ਤੇ ਦੇ ਨੇੜੇ ਜਾਂਦੇ ਰਹੇ, ਪਰ ਸਾਨੂੰ ਹਰ ਵਾਰ ਉਹ ਟੈਕਨੀਕਲ ਐਰਰ ਸਾਡੇ ਤੋਂ ਗਲਤੀ ਹੋ ਗਈ, ਜਦ ਕਿ ਜਿਹੜੀ ਫਾਈਨਲ ਮੈਰਿਟ ਲਿਸਟ ਜਨਵਰੀ 'ਚ ਕੱਢੀ ਗਈ ਸੀ ਉਹ 100 ਥਾਈਂ ਵੈਰੀਫਾਈ ਹੋਈ, ਸਾਰੇ ਅਧਿਕਾਰੀਆਂ ਦੇ ਉਹਨਾਂ ਦੇ ਉੱਤੇ ਸਾਈਨ ਹੋਏ, ਪਰ ਸਾਨੂੰ ਫਿਰ ਵੀ ਬਾਹਰ ਕਰ ਦਿੱਤਾ ਗਿਆ ਜੀ। ਮੈਂ ਇੱਥੇ ਇੱਕ ਗੱਲ ਧਰਮਿੰਦਰ ਜੀ ਕਹਿਣਾ ਚਾਹੁੰਦਾ, ਔਰ ਸਰਕਾਰ ਨੂੰ ਵੀ ਇਹ ਚੇਤਾਵਨੀ ਦੇਣਾ ਚਾਹੁੰਦਾ, ਔਰ ਭਰਤੀ ਬੋਰਡ ਨੂੰ ਵੀ ਇਸ ਕਠਹਿਰੇ 'ਚ ਅਸੀਂ ਖੜਾ ਕਰਾਂਗੇ, ਕਿਉਂਕਿ ਇਸ ਤੋਂ ਬਾਅਦ ਜੇ ਸਰਕਾਰ ਨੇ ਸਾਡੀ ਨਾ ਗੱਲ ਮੰਨੀ, ਅਸੀਂ ਭਾਰਤ ਸਰਕਾਰ ਦੇ SC ਕਮਿਸ਼ਨ ਕੋਲ ਜਾਵਾਂਗੇ। ਧਰਮਿੰਦਰ ਜੀ, ਇਹ ਸਿੱਧਾ ਵਾਇਲੇਸ਼ਨ ਹੈ SC ਲੋਕਾਂ ਦੀ, BC ਲੋਕਾਂ ਦੀ, ਔਰ ਕਿਉਂਕਿ ਜਿਹਨੂੰ ਕਾਨੂੰਨ ਨੇ ਕਿਹਾ ਹੋਇਆ ਕਿ ਤੁਸੀਂ ਜਰਨਲ ਮੈਰਿਟ 'ਚ ਫਾਲ ਕਰਦੇ ਹੋ ਤਾਂ ਤੁਹਾਨੂੰ ਜਰਨਲ 'ਚ ਗਿਣਿਆ ਜਾਊਗਾ, ਤਾਂ ਕੌਣ ਲੋਕ ਨੇ ਉਹ ਜਿਹੜੇ ਚਾਹੁੰਦੇ ਨੇ ਕਿ ਇਹਨਾਂ ਨੂੰ SCਆਂ ਨੂੰ ਘੱਟ ਗਿਣਤੀ ਇਹ ਲੋਕ ਵੱਧ ਤੋਂ ਵੱਧ ਇਸ ਮੈਰਿਟ ਦੇ ਵਿੱਚ ਨਾ ਆਉਣ, ਇਸ ਭਰਤੀ 'ਚ ਨਾ ਸ਼ਾਮਲ ਹੋਣ, ਇਹਨਾਂ ਨੂੰ ਜਿੰਨੀਆਂ ਇਹਨਾਂ ਦੀਆਂ ਰਿਜ਼ਰਵ ਦੀਆਂ ਦਿੱਤੀਆਂ ਨੇ ਉਹਦੇ 'ਚ ਕਵਰ ਕੀਤਾ ਜਾਵੇ। ਤਾਂ ਇਹ ਸਿੱਧਾ ਵਾਇਲੇਸ਼ਨ ਹੈ ਸ਼ਡਿਊਲ ਕਾਸਟ ਐਕਟ ਦੀ 1989 ਦੀ। ਔਰ ਆਉਣ ਵਾਲੇ ਟਾਈਮ 'ਚ ਜੇ ਸਰਕਾਰ ਨੇ, ਜੇ ਇਸ ਭਰਤੀ ਬੋਰਡ ਨੇ ਆਪਣੀ ਗਲਤੀ ਨੂੰ ਨਾ ਸੁਧਾਰਿਆ, ਤਾਂ ਅਸੀਂ ਭਾਰਤ ਸਰਕਾਰ ਦੇ ਜਿਹੜਾ ਹੈਗਾ ਸ਼ਡਿਊਲ ਕਾਸਟ ਕਮਿਸ਼ਨ ਕੋਲ ਜਾਵਾਂਗੇ, ਉੱਥੇ ਜਾ ਕੇ ਪੰਜਾਬ ਸਰਕਾਰ ਨੂੰ ਵੀ ਪਾਰਟੀ ਬਣਾਵਾਂਗੇ, ਉੱਥੇ ਜਾ ਕੇ ਅਸੀਂ ਜਿਹੜੀ ਇਹ ਭਰਤੀ ਬੋਰਡ ਦੇ ਚੇਅਰਮੈਨ ਨੇ ਜਾਂ ਜੋ ਵੀ ਹੈਗਾ ਇਹਨਾਂ ਦੇ ਅਥੋਰਾਈਜ਼ਡ ਲੋਕ ਨੇ, ਅਸੀਂ ਉਹਨਾਂ ਨੂੰ ਵੀ ਪਾਰਟੀ ਬਣਾਵਾਂਗੇ, ਤਾਂ ਜਾ ਕੇ ਇਹਨਾਂ ਦੇ ਖਿਲਾਫ ਅਸੀਂ ਉੱਥੇ ਮੂਵਮੈਂਟ ਖੜੀ ਕਰਾਂਗੇ। ਜੀ ਬਿਲਕੁਲ, ਵਿਦਿਆਰਥੀ ਜਿਹੜੇ ਆਪਣੀ ਪੜ੍ਹਾਈ ਪੂਰੀ ਕਰਦੇ ਨੇ ਤੇ ਫਿਰ ਝਾਕ ਰੱਖਦੇ ਨੇ ਸਰਕਾਰਾਂ ਤੋਂ ਕਿ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ, ਪਰ ਰੋਜ਼ਗਾਰ ਦੇ ਨਾਮ ਤੇ ਇਹਨਾਂ ਦਾ ਜਿਹੜਾ ਭਵਿੱਖ ਆ, ਸਾਰਾ ਕੁਝ ਕਰਨ ਤੋਂ ਬਾਅਦ, ਸਾਰੇ ਟ੍ਰਾਇਲ ਵੀ ਕਲੀਅਰ ਕਰਨ ਤੋਂ ਬਾਅਦ ਦਾਅ ਤੇ ਲੱਗਿਆ ਹੋਇਆ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਹੈ। ਤੇ ਉਮੀਦ ਹੈ ਕਿ ਮਾਨ ਸਰਕਾਰ ਤੱਕ ਇਹ ਸੰਦੇਸ਼ ਜ਼ਰੂਰ ਪਹੁੰਚੇਗਾ। ਭਗਵੰਤ ਮਾਨ ਮੁੱਖ ਮੰਤਰੀ ਨੇ ਸਾਡੇ, ਉਹ ਇਹਨਾਂ ਦਾ ਮਸਲਾ ਜ਼ਰੂਰ ਹੱਲ ਕਰਨਗੇ। ਕੈਮਰਾਮੈਨ ਗੁਰਪ੍ਰੀਤ ਸੱਭਰਵਾਲ ਦੇ ਨਾਲ ਮੈਂ ਧਰਮਿੰਦਰ ਸੰਧੂ, ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।